ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਮਾਰੂ ਬਾਣੀ ਕਬੀਰ ਜੀਓ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੰਡਿਆ ਕਵਣ ਕੋ ਮਤ ਤੁਮ ਲਾਗੇ, ਬੂਢੋਗੇ ਪਰਵਾਰ ਸਗਲ ਸਿਉ। ਰਾਮ ਨ ਜਪੋ ਅਭਾਗੇ, ਰਹਾਉ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਜੀ ਬਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਆਪਸ ਕੋ ਮੁਨਿਵਰ ਕਰ ਥਾਪੋ, ਕਾ ਕੋ ਕਹੋ ਕਸਾਈ। ਮਨ ਕੇ ਅੰਧੇ ਆਪ ਨ ਬੁਝੋ, ਕਾਹੇ ਬੁਝਾਵੋ ਭਾਈ। ਮਾਇਆ ਕਾਰਨ ਵਿਦਿਆ ਵਿੱਚ, ਜਨਮ ਅਬਿਰਥਾ ਜਾਈ। ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕੋ ਪੁੱਛੋ ਜਾਈ। ਕਹੇ ਕਬੀਰ ਰਾਮੈ ਰਮ ਛੂਟੋ, ਨਾਹੇ ਤਾਂ ਬੂਢੇ ਭਾਈ। ਬਨੈ ਬਸੈ ਕਿਉ ਪਾਈਐ, ਜੋ ਲੋ ਮਨੋ ਨਾ ਤਜੈ ਵਿਕਾਰ। ਜੇ ਕਰ ਬਨ ਸੰਸਰ ਕੀਆ, ਤੇ ਪੂਰੇ ਸੰਸਾਰ। ਸਾਰ ਸੁਖ ਪਾਈਐ ਰਾਮਾ, ਰੰਗ ਰਵੋ ਆਤਮੈ ਰਾਮ। ਰਹਾਉ। ਜਟਾ ਭਸਮ ਲੇਪਨ ਕੀਆ, ਕਹਾਂ ਗੁਫਾ ਮੈਂ ਬਾਸ। ਮਨ ਜੀਤੇ ਜਗ ਜੀਤਿਆ, ਜਾਂ ਤੇ ਵਿਖਿਆ ਤੇ ਹੋਏ ਉਦਾਸ। ਅੰਜਨ ਦੇ ਸਭੈ ਕੋਈ, ਸੁਖ ਚਾਹਨ ਮੈਂ ਬਿਡਾਨ। ਗਿਆਨ ਅੰਜਨ ਜੇ ਪਾਇਆ, ਤੇ ਲੋਇਨ ਪਰਵਾਨ। ਕਹੈ ਕਬੀਰ ਅਬ ਜਾਣਿਆ, ਗੁਰ ਗਿਆਨ ਦਿਆ ਸਮਝਾਏ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੁ ਨ ਜਾਏ। ਕਹੈ ਕਬੀਰ ਅਬ ਜਾਣਿਆ,
गुर ज्ञान दिया समझाए, अंतर्गत हर भेटिया अब मेरा मन कतहु ना जाए। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰਾਗ ਮਾਰੂ ਵਿੱਚ ਬਾਣੀ ਭਗਤ ਕਬੀਰ ਜੀ ਦੀ ਹੀ ਅੰਕਿਤ ਹੈ, ਗੁਰੂ ਸਾਹਿਬ ਨੇ ਕੀਤੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਇਹ ਕਾਫੀ ਪਹਿਲੋਂ ਹੋ ਚੁੱਕੇ ਹਨ। ਉਹਨਾਂ ਦੀ ਬਾਣੀ ਜੋ ਰੱਬੀ ਰੂਪ ਹੈ, ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ, ਗੁਰੂ ਸਾਹਿਬ ਉਸ ਨੂੰ ਅੰਕਿਤ ਕਰਕੇ ਸਾਡੇ ਝੋਲੀ ਵਿੱਚ ਪਾ ਰਹੇ ਹਨ। ਔਰ ਉਹ ਜੋ ਪੰਡਿਤ ਨਾਲ ਗੱਲਾਂ ਹੋ ਰਹੀਆਂ ਹਨ, ਉਹ ਕ੍ਰਾਂਤੀਕਾਰੀ ਕਬੀਰ ਜੋ ਹੈ, ਜੋ ਉਸ ਟਾਈਮ ਦੇ ਵਿੱਚ ਰਾਜ ਪੰਡਿਤ ਦਾ ਰਾਜ ਹੁੰਦਿਆਂ ਕ੍ਰਾਂਤੀ ਦੇ ਵਰਡ ਬੋਲੇ, ਜੋ ਉਹਨਾਂ ਨੇ ਪੰਡਿਤ ਨੂੰ ਚੈਲੰਜ ਕੀਤਾ, ਉਹ ਬਾਣੀ ਵਿੱਚ ਅੰਕਿਤ ਹੈ। ਪੰਡਿਤ ਨੂੰ ਕਹਿ ਰਹੇ ਹਨ ਭਗਤ ਕਬੀਰ ਜੀ, ਪੰਡਿਆ, ਪੰਡਿਤ ਨੂੰ ਸੰਬੋਧਨ ਕਰਕੇ, हे पंडिया, हे पंडित, कवन को मत तुम लागे। हे पंडित, तुसी लोकी जड़े हो केड़ी कुमते लगे पे, केड़ी कुमते लगे पे हो। भाव तुसी लोग जो है उपदेश लोकां नूं करदे हो, आप नहीं मनदे। आप नहीं उपदेश ਨੂੰ ਮੰਨਦੇ, ਲੋਕਾਂ ਨੂੰ ਉਪਦੇਸ਼ ਕਰਦੇ ਹੋ ਤੇ ਮੱਤ ਕਿਹੜੀ ਲੱਗੇ। ਇਸ ਕੁਮੱਤੇ ਲੱਗਿਆ, ਭੈੜੀ ਮੱਤੇ ਲੱਗਿਆ, ਇਸ ਮਾਇਆ ਵਾਲੇ ਪਾਸੇ ਧਿਆਨ ਵਾਲੀ ਮੱਤੇ ਲੱਗਿਆ, ਕੀ ਹੋਏਗਾ। ਬੂਢੋਗੇ ਪਰਿਵਾਰ ਸਗਲ ਸਿਉ, ਰਾਮ ਨਾ ਜਪੋ ਅਭਾਗੇ। ਬੁੱਢੋਗੇ, ਤੁਸੀਂ ਡੁੱਬ ਜਾਓਗੇ, ਆਪਣਾ ਜੀਵਨ ਦਾ ਸਮਾਂ ਗਵਾ ਬੈਠੋਗੇ। ਪਰਿਵਾਰ ਸਗਲ ਸਿਉ, ਸਮੇਤ ਪਰਿਵਾਰ। ਪਰਿਵਾਰ ਕਿਹੜਾ? ਜਿਹੜਾ ਤੁਸੀਂ ਪਰਿਵਾਰ ਇਸ ਮੱਤੇ ਲੱਗੇ ਹੋਏ ਹੋ, ਪੂਜਾ ਦਾ ਧਨ ਖਾਣ ਤੇ ਲੱਗੇ ਹੋਏ ਹੋ, ਝੂਠ ਬੋਲ ਕੇ ਧਨ ਕਮਾ ਰਹੇ ਹੋ, ਲੋਕਾਂ ਨੂੰ ਧੋਖਾ ਦੇ ਕੇ ਧਨ ਕਮਾ ਰਹੇ ਹੋ, ਜੋ ਰੱਬ ਬਾਹਰ ਨਹੀਂ ਬਾਹਰ ਵਿਖਾ ਰਹੇ ਹੋ, ਔਰ ਰੱਬ ਦੇ ਵਕੀਲ ਬਣ ਕੇ ਆਪਣੇ ਆਪ ਨੂੰ ਰੱਬ ਦੇ ਬੰਦੇ ਅਖਵਾਉਂਦੇ ਹੋ। ਕਿਹੜੀ ਕਮੱਤੇ ਲੱਗੇ ਹੋਏ, ਤੁਸੀਂ ਡੁੱਬ ਜਾਓਗੇ। ਪਰਿਵਾਰ ਸਮੇਤ ਸਾਰਾ ਕੁੰਬਾ ਭਾਵ ਸਾਰਾ ਹੀ ਬ੍ਰਾਹਮਣ ਪਰਿਵਾਰ ਜਿਹੜਾ ਪੂਜਾ ਦਾ ਧਨ ਖਾ ਰਿਹਾ, ਉਹ ਪਰਿਵਾਰ। ਹੇ ਮੰਦਭਾਗੀ ਪਾਂਡੇ, ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਆਪਣੇ ਜੀਵਨ ਵਿੱਚ ਪ੍ਰਭੂ ਦੇ ਨਾਮ ਨੂੰ, ਪ੍ਰਭੂ ਦੇ ਗੁਣਾਂ ਨੂੰ ਧਾਰਨ ਨਹੀਂ ਕਰਦੇ। ਇਸ ਕਰਕੇ ਤੁਸੀਂ ਪਰਿਵਾਰ ਸਮੇਤ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਜਾਓਗੇ, ਭਾਵ ਜੀਵਨ ਸਫਲਾ ਨਹੀਂ ਕਰ ਪਾਓਗੇ। ਜੇ ਸੰਸਾਰ ਸਮੁੰਦਰ ਹੈ, ਵਿਕਾਰਾਂ ਨਾਲ ਭਰਿਆ ਹੋਇਆ ਹੈ, ਇਸ ਦੇ ਵਿੱਚ ਤੁਸੀਂ ਡੁੱਬ ਜਾਓਗੇ, ਭਾਵ ਡੁੱਬਣ ਦਾ ਜੀਵਨ ਸਫਲਾ ਨਹੀਂ ਕਰ ਸਕੋਗੇ, ਨਾਲ ਕੁਛ ਨਹੀਂ ਲੈ ਕੇ ਜਾਓਗੇ। ਧਨ ਦੌਲਤ ਇਕੱਠੀ ਕਰੋਗੇ, ਉੱਥੇ ਰਹਿ ਜਾਏਗੀ। ਅੱਗੇ ਨਾਲ ਹੀ ਕਬੀਰ ਸਾਹਿਬ ਕਹਿੰਦੇ ਹਨ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਵੇਦ ਪੁਰਾਣ ਇਹ ਧਾਰਮਿਕ ਪੁਸਤਕਾਂ ਹਨ, ਪੰਡਤ ਦੀਆਂ, ਉਸ ਬ੍ਰਾਹਮਣ ਦੀਆਂ, ਜਿਹਦੇ ਚੋਂ ਉਹ ਪੜ੍ਹ ਕੇ ਦੁਨੀਆ ਨੂੰ ਸੁਣਾਉਂਦਾ ਹੈ।
और ध्यान पैसे वाल, पैसे उन्हां तो लैंदा अपने जजमाना। हे पांडे, तू मान करदा है कि तू वेद आदਿਕ धर्म पुस्तकां पढ़िया होया है, इन्हां दा मान करदा है कि मैं पढ़िया वां, मैं ही वो परमात्मा दा दूत हां, मैं ही परमात्मा दा सेवक हां। इस गल दा तू मान करदा है। वो मंत्र उचार के तू घमंड करदा है, पर वेद पुराण पढ़न दा कोई लाभ नहीं, कोई गुण नहीं। क्या गुण है? जे नाम तो ही सुझा रह गया, भाव परमात्मा दे गुण नहीं हासिल कीते, अपने जीवन में नहीं लागू कीते, कि उस पढ़न दा की फायदा है? उस पढ़ाई का की फायदा जे अपने जीवन च नहीं धारण कीते, उन्हां गुणां दे मुताबिक जीवन नहीं जिउया, तो फिर की फायदा उन्हां गुणां दा? लोकां नूं सुना के तो कहंदे हां ये तां दिमाग दे उत्ते भार लद्या। वो अपने दिमाग में भार ही लद्या है, जिवें खोते ते चंदन दा भार लद्या होवे, ते खोते वास्ते ते भार ही है। भावें खोते ते सोना लद दो, चंदन लद दो, उन्होंने उहदे वास्ते ते भार ही है। तेरे दिमाग में भी ये वेदां शास्त्रां दा भार ही पिया है, तू आप नहीं इहनूं वरतिया। वेदां शास्त्रां दे गुण तू आप नहीं वरते, ते क्या फायदा इहदा? वेदां शास्त्रां पढ़न भार लद्या। कहंदे ने राम नाम की गत नहीं जानी, कैसे उतरस पारा। हे पांडे, तू संसार समुद्र तो किवें पार लंघेगा? कैसे उतरस पारा। भाव अपना जीवन सफला विकारां भरे संसार चों किवें करेगा? ये तां तैनूं समझ नहीं पाई, तेरे दिमाग अंदर समझ नहीं पई वह संसार समुद्र किवें पार लंघना। कि परमात्मा का नाम सिमरिया किहो जी आत्मक अवस्था बनती है, ये तेनू समझ नहीं पई, तू समझ नहीं सकिया। तू सिर्फ धन दौलत नाल माया नाल जुड़ गया। राम नाम की गत नहीं जानी, कैसे उतरस पारा। गत भाव वो अवस्था नहीं समझिया, तू राम दे नाम नाल जिहड़ी अवस्था उच्ची बनती है वो नहीं समझ सकिया। नाम जपण वाली अवस्था विच नहीं तू पढ़िया, सिर्फ पढ़ के खोते वांगू भार लद लिया अपने दिमाग। नाम जपिया जो आत्मक अवस्था बनती है वो नहीं तू हासिल कर सकिया। हुण अगली गल करते ने कबीर जी, कहते ने जी बद्धो सो धर्म कर थापो, अधर्म कहो कत भाई। कहते ना हे पांडे, एक पासे तुसी मांस खान नूं निंददे हो, अहिंसा परमो धर्मा, इस तरह कहते हो। पर ये जिहड़ा है मांस खान नूं तुसी निंददे हो, पर अहिंसा नहीं करनी, निंदा करते हो भी अहिंसा परमो धर्म है। अहिंसा मतलब अहिंसा नहीं करनी, अहिंसा रहना है, किसी को दुख नहीं देना। एक पासे तो तुसी उपदेश करते हो, मांस खान नूं भी निंदते हो, पर जग करने वेले जदों तुसी जग रचते हो, तुसी जीव नूं मारते हो कुर्बानी देण वास्ते। कहते हो एक कुर्बानी देनी है देवी ने, दूजे पासे तुसी कुर्बानी देंदे हो तो एक पास कहते हैं मांस खाना पाप है। उत्थे जीव हत्या करके तुसी कुर्बानी देंदे हो, इसनूं धर्म का काम समझते हो, वे धर्म का काम है। बलि देना धर्म का काम है। ये तुसी दूजा पासा तुहाडा वे दोहरी नीति है तुहाडी। बलि देना इनू धर्म मनते हो, वह धर्म का काम है।
फिर भाई दसो फिर पाप किहड़ा होया जे तुसीं इहनूं धर्म दा आख के ते इहनूं पुण्य दा काम समझदे हो ते जग करन वेले तुसीं आप जीव नूं हिंसा करदे हो, ਉਹਨੂੰ मारदे हो, अपने आप नूं तुसीं फिर आंदे हो असीं ऋषि हाँ महान, अपने आप नूं ਕਹਿੰਦੇ ਹੋ ਅਸੀਂ महान हाँ, ਅਸੀਂ श्रेष्ठ ऋषि हाँ। आपस को मुनिवर कर थापो, का को कहो कसाई। ਹੁਣ ਕਹਿੰਦੇ ਕਬੀਰ ਜੀ ਜੇ ਜੀਵ ਮਾਰਨ ਵੇਲੇ ਲੋਕ ਰਿਸ਼ੀ ਹੋ ਜਾਂਦੇ ਨੇ, ਹੁਣ ਜਗ ਕਰਨ ਵਾਲੇ ਜੇ ਤੁਸੀਂ ਵੱਧ ਕਰਦੇ ਹੋ, ਬਲੀ ਦਿੰਦੇ ਹੋ, ਉੱਥੇ ਵੱਧ ਕਰਦੇ ਹੋ ਜੀਵ ਦਾ, ਤੇ ਤੁਸੀਂ ਰਿਸ਼ੀ ਲੋਕ ਖਵਾਉਂਦੇ ਹੋ ਅਸੀਂ श्रेष्ठ ऋषि बन गए हाँ। जे मारन वाला ऋषि है, ऋषि बन सकता है, तो फिर तुसी कसाई नूं की आखोगे? तां तुसी कसाई किस नूं आखदे हो? फिर जे वध करन वाला ऋषि है ते कसाई की परिभाषा की हुई? वो भी ते वध करके ते मांस बेच के अपने बच्चे पालता, उन्हें तुसी कसाई कहंदे हो। ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ਤੁਸੀਂ ਤੇ ਵੱਧ ਕਰਕੇ ਤੇ ਤੁਸੀਂ ਰਿਸ਼ੀ ਮੁਨੀ ਬਣ ਗਏ। ਮੁਨੀਵਰ ਕਰ ਥਾਪੋ, ਆਪਣੇ ਆਪ ਨੂੰ ਮੁਨੀਵਰ ਖਵਾਉਂਦੇ ਹੋ, ਅਸੀਂ ਮੁਨੀਵਰ ਹਾਂ। ਆਪਣੇ ਆਪ ਨੂੰ ਵਾਪਸ ਤੋਂ ਆਪਣੇ ਆਪ ਨੂੰ ਮੁਨੀਵਰ ਖਵਾਉਂਦੇ ਹੋ ਤੇ ਵੱਧ ਕਰਕੇ ਫਿਰ ਕਸਾਈ ਕਿਹਨੂੰ ਆਖੋਗੇ? ਤੁਸੀਂ ਤੇ ਉਹਨੂੰ ਕਸਾਈ ਵਿਚਾਰਾ ਜਿਹੜਾ ਮਾਸ ਵੇਚ ਕੇ ਬੱਚੇ ਪਾਲਦਾ ਉਹਨੂੰ ਕਸਾਈ ਜਾਂਦੇ। ਫਿਰ ਅਗਲੀ ਗੱਲ ਕਹਿੰਦੇ ਨੇ ਕਬੀਰ ਸਾਹਿਬ, ਮਨ ਕੇ ਅੰਦੇ ਆਪ ਨਾ ਬੂਝੋ, ਕਾਹੇ ਬੁਝਾਵੋ ਭਾਈ। हे ਅਗਿਆਨੀ ਪਾਂਡੇ ਮਤਹੀਣੇ, ਤੁਹਾਨੂੰ ਆਪ ਨੂੰ ਜੀਵਨ ਦੇ ਸਹੀ ਰਸਤੇ ਦੀ ਸਮਝ ਹੀ ਨਹੀਂ। ਮਨ ਕੇ ਅੰਦੇ ਆਪ ਨਾ ਬੂਝੋ, ਤੁਹਾਨੂੰ ਅਸਲੀ ਜੀਵਨ ਦੀ, ਆਤਮਿਕ ਜੀਵਨ ਦੀ ਸਮਝ ਹੀ ਨਹੀਂ ਆਈ ਤੇ ਹੋਰ ਕਿਸੇ ਨੂੰ ਮੱਤਾਂ ਦੇ ਰਹੇ ਹੋ। ਜਦੋਂ ਆਪਣੇ ਆਪ ਤੇ ਉਸ ਪਰਮਾਤਮਾ ਦਾ ਪਤਾ ਨਹੀਂ ਲੱਗਾ ਵੀ ਤੇਰੇ ਅੰਦਰ ਹੈ, ਉਹ ਤੇ ਤੈਨੂੰ ਆਪਣੇ ਅੰਦਰੋਂ ਮਹਿਸੂਸ ਨਹੀਂ ਹੋਇਆ। ਰੱਬੀ ਜੋਤ ਜਗੀ ਨਹੀਂ ਗਿਆਨ ਵਾਲੀ, ਤੇ ਦੂਜਿਆਂ ਨੂੰ ਮੱਤਾਂ ਦਿੰਦੇ ਹੋ। ਮਾਇਆ ਕਾਰਨ ਵਿਦਿਆ ਵਿੱਚ ਜਨਮ ਆਕਾਰਤ ਜਾਈ। ਮਾਇਆ ਕਾਰਨ, ਮਾਇਆ ਦੇ ਵਾਸਤੇ ਤੁਸੀਂ ਵਿਦਿਆ ਨੂੰ ਵੇਚਦੇ ਹੋ, ਮੰਤਰ ਪੜ੍ਹ ਕੇ ਦਿੰਦੇ ਹੋ ਔਰ ਮੰਤਰ ਲਿਖ ਕੇ ਦਿੰਦੇ ਹੋ, ਤੇ ਇਸ ਤਰ੍ਹਾਂ ਕਮਾਈ ਦਾ ਧੰਦਾ ਬਣਾਇਆ ਹੈ। ਇਹ ਪੜ੍ਹੀ ਹੋਈ ਵਿਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ ਆਪਣੇ ਜੀਵਨ ਵਿੱਚ। वेद शास्त्र पढ़ के अपने जीवन च नहीं अप्लाई कर रहे। वेदां का ज्ञान जो है वो अपने आप वो वेदां अनुसार नहीं जा रहे, उसका लाभ नहीं ले रहे, ते इस विद्या नूं सिर्फ माया वास्ते बेच रहे हो। इस तरह तुहाडी जिंदगी व्यर्थ चली जाएगी। माया वास्ते ਤੇ ਇਹ ਰੱਬ ਤੇ ਮਿਲਦਾ ਹੈ, ਮਾਇਆ ਨਾਲ ਥੋੜਾ ਮਿਲਦਾ ਹੈ। ਉਹ ਪਰਮਾਤਮਾ ਨਾ ਮਾਇਆ ਨਾਲ ਨਹੀਂ ਮਿਲਦਾ। ਕੰਚਨ ਸਿਉ ਪਾਈਐ ਨਹੀਂ ਤੋ, ਮਨ ਦੇ ਰਾਮ ਲਿਆ ਹੈ ਮੋਹ। ਉਹ ਤੇ ਮਨ ਦੇਣਾ ਪੈਂਦਾ ਹੈ, ਮਨ ਉਹਦੇ ਚਰਨਾਂ ਤੇ ਭੇਟਾ ਕਰਨਾ ਪੈਂਦਾ ਹੈ, ਆਪਣੇ ਮਨ ਦੀ ਮਰਜ਼ੀ ਛੋੜਨੀ ਪੈਂਦੀ ਹੈ, ਤਾਂ ਉਹ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਭਾਵ ਪਰਮਾਤਮਾ ਦੇ ਗੁਣਾਂ ਤੇ ਜੀਵਨ ਜਿਉਣਾ ਪੈਂਦਾ ਹੈ, ਗੁਰੂ ਦੇ ਉਪਦੇਸ਼ ਤੇ ਜੀਵਨ ਜਿਉਣਾ ਪੈਂਦਾ ਹੈ, ਆਪਣੀ ਮਰਜ਼ੀ ਨਾਲ ਨਹੀਂ। ਤੁਸੀਂ ਤੇ ਆਪਣੀਆਂ ਮਰਜ਼ੀਆਂ ਕਰਦੇ ਹੋ। ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਆਕਾਰਤ ਜਾਏ, ਜਨਮ ਬਿਰਥਾ ਚਲਾ ਜਾਏ। ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕੋ पूछो जाई।
कह कबीर रामै रम छूटो नाहे तां बूढ़े भाई। होर पंडित ਨੂੰ ਕਹਿ ਰਹੇ ਨੇ, ਕਬੀਰ ਸਾਹਿਬ ਕਹਿੰਦੇ ਨੇ ਨਾਰਦ ਬਚਨ ਬਿਆਸ ਕਹਿਤ ਹੈ। ਨਾਰਦ ਬਿਆਸ ਤੇ ਸੁਖਦੇਵ ਇਹ ਪੁਰਾਣੇ ਹਿੰਦੂ ਵਿਦਵਾਨ ਰਿਸ਼ੀਆਂ ਦੇ ਨਾਮ ਹਨ, ਕਿਉਂਕਿ ਕਬੀਰ ਜੀ ਕਿਸੇ ਪੰਡਤ ਨੂੰ ਉਸ ਦਾ ਭੁਲੇਖਾ ਸਮਝਾ ਰਹੇ ਹਨ। ਜਿਹੜੇ ਭੁੱਲੇ ਹੋ ਤੁਸੀਂ ਪੰਡਤ ਜੀ ਉਹ ਸਮਝੋ, ਇਸ ਵਾਸਤੇ ਉਹਨਾਂ ਦੇ ਰਿਸ਼ੀਆਂ ਦਾ ਹਵਾਲਾ ਦਿੰਦੇ ਹਨ। ਕਹਿੰਦੇ ਹਨ ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਜੇ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸ ਰਿਹਾ ਇਹਨਾਂ ਗੱਲਾਂ ਤੇ ਤੁਸੀਂ ਯਕੀਨ ਨਹੀਂ ਕਰਦੇ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਲਓ। ਤੇ ਤੁਹਾਡੇ ਜਿਹੜੇ ਪੁਰਾਣੇ ਰਿਸ਼ੀ ਹਨ ਨਾਰਦ ਬਿਆਸ, ਇਹਨਾਂ ਰਿਸ਼ੀਆਂ ਦੇ ਬਚਨ ਸੁਣ ਲਓ, ਪੜ੍ਹ ਲਓ। ਨਾਰਦ ਰਿਸ਼ੀ ਇਹੀ ਬਚਨ ਆਖਦੇ ਹਨ ਕਿ ਵਿਆਸ ਵੀ ਇਹੀ ਗੱਲ ਆਖਦਾ ਹੈ, ਸੁਖਦੇਵ ਵੀ ਇਹੀ। ਸੁਖਦੇਵ ਰਿਸ਼ੀ ਨੂੰ ਵੀ ਜਾ ਕੇ ਪੁੱਛ ਲਓ ਕੀ ਕਹਿੰਦੇ ਹਨ ਸੁਖਦੇਵ ਬਚਨ। ਉਹ ਵੀ ਇਹੀ ਆਖਦਾ ਹੈ ਕਿ ਨਾਮ ਸਿਮਰਿਆ ਪਾਰ ਉਤਾਰਾ, ਕੰਚਨ ਸਿਉ ਪਾਈਏ ਨਹੀਂ ਤੋਰ। ਮਨ ਨੂੰ ਨਾਮ ਸਿਮਰਨ ਵਿੱਚ ਲਾਣਾ ਪੈਂਦਾ ਤਾਂ ਪਾਰ ਉਤਾਰਾ ਹੁੰਦਾ। ਤੁਸੀਂ ਉਹਨਾਂ ਨੂੰ ਪੜ੍ਹ ਕੇ ਵੇਖ ਲਓ ਜੇ ਸਾਡੇ ਤੇ ਯਕੀਨ ਨਹੀਂ। ਕਹੇ ਕਬੀਰ ਰਾਮੈ ਰਮ ਛੂਟੋ ਨਹੀਂ ਤਾਂ ਬੂਢੇ ਭਾਈ। ਕਬੀਰ ਆਖਦਾ ਹੈ ਕਿ ਦੁਨੀਆ ਦੇ ਬੰਧਨਾਂ ਤੋਂ ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤੀ ਹੋ ਸਕਦੀ ਹੈ, ਸਫਲਤਾ ਮਿਲ ਸਕਦੀ ਹੈ। ਨਾਮ ਸਿਮਰ ਕੇ ਦੁਨੀਆ ਦੇ ਬੰਧਨਾਂ ਤੋਂ, ਜਿਹੜੇ ਮਾਇਆ ਦੇ ਬੰਧਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਧਨ ਨੇ, ਇਹਨਾਂ ਬੰਧਨਾਂ ਤੋਂ ਖਲਾਸੀ ਤਾਂ ਹੋਏਗੀ ਜੇ ਪ੍ਰਭੂ ਦੇ ਨਾਮ ਵਿੱਚ ਆਪਣਾ ਜੀਵਨ ਗੁਜ਼ਾਰਾ, ਪ੍ਰਭੂ ਦੇ ਨਾਮ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਜੀਵਾਂਗੇ। ਤੇ ਜੇ ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਹੀ ਸਮਝੋ। ਭਾਵ ਜੀਵਨ ਸਫਲਾ ਨਹੀਂ ਹੋ ਸਕਦਾ, ਇਹ ਮਨੁੱਖਾ ਜੀਵਨ ਹਾਰ ਜਾਓ। ਬਨੇ ਬਸੈ ਕਿਉ ਪਾਈਐ ਜੋ ਲੋ ਮਨੇ ਨਾ ਤਜੈ ਵਿਕਾਰ। ਜੇ ਕਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਬਨੇ ਬਸੈ ਕਿਉਂ ਪਾਈਐ, ਜਦ ਤੱਕ ਆਪਣੇ ਮਨ ਵਿੱਚੋਂ ਵਕਾਰ ਨਹੀਂ ਛੱਡਦਾ। ਜੋ ਲੋਕ ਜਦ ਤੱਕ ਮਨੈ ਨਾ ਤਜੈ ਵਿਕਾਰ, ਮਨ ਵਿੱਚੋਂ ਤੂੰ ਵਿਕਾਰਾਂ ਨੂੰ ਨਹੀਂ ਕੱਢਦਾ। ਭਾਵ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਤੈਨੂੰ ਉਹ ਕਾਬੂ ਕੀਤੇ ਬੈਠੇ ਹਨ, ਤੂੰ ਪ੍ਰਭਾਵ ਦੇ ਹੇਠ ਜਾ ਰਿਹਾ ਹੈ। ਤੇ ਜਦੋਂ ਇਹਨਾਂ ਦੇ ਪ੍ਰਭਾਵ ਨੂੰ ਖਤਮ ਕਰ ਲਏਗਾ ਤਾਂ ਇਹਨਾਂ ਨੂੰ ਕਾਬੂ ਕਰ ਲਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ। ਤਾਂ ਬਨੇ ਬਸੈ ਕਿਉਂ ਪਾਈਐ, ਤੇ ਜੰਗਲਾਂ ਵਿੱਚ ਜਾ ਵਸਿਆ ਪਰਮਾਤਮਾ ਫਿਰ ਕਿਵੇਂ ਮਿਲ ਸਕਦਾ ਹੈ? ਨਹੀਂ ਮਿਲ ਸਕਦਾ ਜਿੰਨਾ ਚਿਰ ਇਹ ਤੇਰੇ ਨਾਲ ਬੈਠੇ। ਜਿੰਨਾ ਚਿਰ ਤੂੰ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪ੍ਰਭਾਵ ਹੇਠ ਹੈ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਕਹਿੰਦੇ ਨੇ ਕਬੀਰ ਜੀ, ਜਗਤ ਵਿੱਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਇੱਕੋ ਜਿਹਾ ਕਰ ਲਿਆ। ਭਾਵੇਂ ਜੰਗਲ 'ਚ ਬੈਠਾ ਹੋਵੇ, ਭਾਵੇਂ ਘਰ 'ਚ ਬੈਠਾ ਹੋਵੇ, ਉਹਨੂੰ ਕੋਈ ਪਰਵਾਹ ਨਹੀਂ। ਉਹ ਪੂਰਨ ਹੋ ਜਾਂਦਾ ਹੈ। ਉਹ ਪੂਰਨ ਸੰਸਾਰ ਦੇ ਵਿੱਚ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ।
पूर्ण कबू न डोलता पूरा किया प्रभ आप दिन दिन चढ़े सवाया नानक होत न काट। नानक होत न काट किया पूरे संसार जे कट बन संसर किया। जगत विच पूर्ण पुरख ओही है जिन्हां ने घर ते जंगल नूं इक्को जा कर लिया। भाव ग੍ਰਿਸ਼ਤ विच रहिंदे होए त्यागी ਹਨ ਉਹ। ਗ੍ਰਿਸ਼ਤ विच रह के भी ਉਹ त्याग है क्योंकि पूरे दे गुण धारण कीते हैं। पूरा इक्को ही है परमात्मा, पूर्ण इक्को ही है परमात्मा ते पूरा प्रभ आराध्या पूरा जा का नाम। नानक पूरा पाया पूरे के गुण गाओ दे गुण गा दा मतलब अपने जीवन च ਉਹਦੇ गुणां नूं धारण कर। ਤੇ ਜਿਹੜੇ ਪੂਰਨ ਪੁਰਖ ਹਨ ਉਹ ਪੂਰੇ ਦੁਆਰਾ ਬਣਾਏ ਗਏ ਪੂਰਨ ਹੋ ਜਾਂਦੇ ਹਨ, ਪੂਰੇ ਗੁਣਾਂ ਵਾਲੇ ਹੋ ਜਾਂਦੇ ਹਨ। ਤੇ ਫਿਰ ਉਹਨਾਂ ਨੂੰ ਭਾਵੇਂ ਜੰਗਲਾਂ 'ਚ ਰਹਿਣਾ ਪਏ ਭਾਵੇਂ ਗ੍ਰਿਸ਼ਤ 'ਚ ਰਹਿਣਾ, ਉਹਨਾਂ ਨੂੰ ਕੋਈ ਫਿਕਰ ਨਹੀਂ। ਉਹਨੇ ਗੁਣ ਪ੍ਰਮਾਤਮਾ ਦੇ ਹੀ ਗਾਣੇ। ਜੀਵਨ 'ਚ ਉਹਨਾਂ ਦੇ ਗੁਣ ਉਸ ਪ੍ਰਭੂ ਦੇ ਹੀ ਗੁਣ ਗਾਉਣਗੇ। ਜੀਵਨ ਵਿੱਚ ਸਾਰ ਸੁਖ ਪਾਈਐ ਰਾਮ। ਕਹਿੰਦੇ ਨੇ ਅਸਲ ਸ੍ਰੇਸ਼ਟ ਸੁਖ ਜਿਹੜਾ ਹੈ, ਆਤਮਿਕ ਆਨੰਦ ਜਿਹੜਾ ਹੈ, ਸਾਰ ਸੁਖ, ਅਸਲ ਸ੍ਰੇਸ਼ਟ ਸੁਖ ਉਹ ਪ੍ਰਭੂ ਦਾ ਨਾਮ ਸਿਮਰਿਆ ਹੀ ਮਿਲਣਾ ਹੈ। ਦੇਖੋ ਸ੍ਰੇਸ਼ਟ ਸੁਖ ਹਮੇਸ਼ਾ ਸਰੀਰ ਨੂੰ ਮਿਲਦਾ ਹੈ। ਸੁਖ ਸਰੀਰ ਨੂੰ ਮਿਲਦਾ ਹੈ, ਸੁਖ ਸਾਧਨ ਧਨ ਦੌਲਤ ਨਾਲ ਹੁੰਦੇ ਹਨ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਸ੍ਰੇਸ਼ਟ ਸੁਖ ਆਤਮਿਕ ਆਨੰਦ। ਆਤਮਿਕ ਆਨੰਦ ਜਿਹੜਾ ਹੁੰਦਾ ਹੈ ਆਤਮਾ ਨੂੰ ਮਿਲਦਾ ਹੈ। ਤੇ ਆਨੰਦ ਕਦੋਂ ਮਿਲਦਾ ਹੈ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਭਇਆ ਮੇਰੀ ਮਾਏ, ਇਹ ਮੇਰੀ ਮਾਂ ਮੈਨੂੰ ਹੁਣ ਆਨੰਦ ਹੀ ਆਨੰਦ ਹੋ ਗਿਆ। ਕਦੋਂ? ਜਦੋਂ ਮੈਂ ਸਤਿਗੁਰੂ ਪਾ ਲਿਆ। ਸਤਿਗੁਰ ਗੁਰੂ ਸ਼ਬਦ ਧਾਰਨ ਕੀਤਾ ਆਪਣੇ ਜੀਵਨ ਵਿੱਚ। ਮੈਂ ਗੁਰੂ ਸ਼ਬਦ ਅਨੁਸਾਰ ਦੁਆਰਾ ਜੀਵਨ ਬਣਾ ਲਿਆ, ਗੁਰੂ ਅਨੁਸਾਰੀ ਜੀਵਨ ਬਣਾ ਲਿਆ। ਤੇ ਫਿਰ ਸੁਖ ਆਨੰਦ ਪਿਆ, ਆਨੰਦ ਹੀ ਆਨੰਦ, ਜੀਵਨ 'ਚ ਖੇੜਾ ਹੀ ਖੇੜਾ। ਸਾਰ ਸੁਖ ਪਾਈਐ ਰਾਮਾ। ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆ ਹੀ ਮਿਲਦਾ ਹੈ। ਉਸ ਰਾਮ ਰਮੇ ਹੋਏ ਰਾਮ ਨੂੰ ਸਿਮਰਿਆ, ਉਹਦੇ ਗੁਣਾਂ ਨੂੰ ਸਿਮਰਿਆ ਮਿਲਦਾ ਹੈ। ਫਿਰ ਆਨੰਦ ਹੀ ਆਨੰਦ ਹੁੰਦਾ ਹੈ। ਰੰਗ ਰਵੋ ਆਤਮੈ ਰਾਮ। ਇਸ ਵਾਸਤੇ ਭਾਈ ਆਪਣੇ ਹਿਰਦੇ ਵਿੱਚ ਆਤਮੇ ਵਿੱਚ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ। ਉਸਦੇ ਗੁਣਾਂ ਨੂੰ ਚੇਤੇ ਰੱਖੋ, ਉਸਦੇ ਗੁਣਾਂ ਨੂੰ ਅਪਲਾਈ ਕਰੋ ਆਪਣੇ ਜੀਵਨ ਵਿੱਚ। ਨਾਲ ਹੀ ਕਹਿੰਦੇ ਹਨ ਜਿਹੜਾ ਉਹਨਾਂ ਦਾ ਧਾਰਨਾ ਬਣੀ ਹੋਈ ਹੈ ਸਾਧੂ ਬਣ ਕੇ ਜਟਾ ਤਾਰ ਕੇ, ਕਹਿੰਦੇ ਹਨ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮੈਂ ਬਾਸ। ਜੇ ਤੁਸੀਂ ਜਟਾਂ ਧਾਰ ਕੇ ਉਹਨਾਂ ਨੂੰ ਸਵਾਹ ਲਿੰਬ ਲਈ, ਜੇ ਤੁਸੀਂ ਜਟਾਂ ਬਣਾ ਲਈਆਂ, ਜਟਾਂ ਆਪਣੇ ਆਪ ਨਹੀਂ ਬਣਦੀਆਂ, ਬਣਾਈਆਂ ਜਾਂਦੀਆਂ। ਜਟਾਂ ਬਣਾਈਆਂ ਜਾਂਦੀਆਂ ਨੇ, ਆਪਣੇ ਆਪ ਨਹੀਂ ਬਣਦੀਆਂ, ਧਾਰਨ ਕੀਤੀਆਂ। ਜਦੋਂ ਜਟਾਂ ਬਣਾ ਲਈਆਂ ਤੇ ਭਸਮ ਉਹਨਾਂ ਤੇ ਚੜਾ ਲਈ, ਜਟਾਂ ਦੇ ਨਾਲ ਆਪਣੇ ਸਰੀਰ ਤੇ ਭਸਮ ਮਲ ਲਈ ਤੇ ਜਾ ਕੇ ਗੁਫਾ 'ਚ ਡੇਰਾ ਲਾ ਲਿਆ, ਵਸਣ ਲੱਗ ਪਿਆ ਗੁਫਾ ਦੇ ਵਿੱਚ। ਕਹਾਂ ਗੁਫਾ ਮੈਂ ਵਾਸ। ਗੁਫਾ ਜਾ ਕੇ ਤੇ ਕਹਿੰਦੇ ਨੇ ਕਹਾਂ ਕਿਆ ਹੁਆ, ਤਾਂ ਕੀ ਹੋ ਗਿਆ, ਕੀ ਲਾਭ ਹੋਏਗਾ ਗੁਫਾ 'ਚ ਬਹਿਣ ਦਾ। ਮਾਇਆ ਦਾ ਮੋਹ ਇਸ ਤਰ੍ਹਾਂ ਖਲਾਸੀ ਨਹੀਂ ਕਰਦਾ। ਵੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਤੁਸੀਂ ਭੇਖ ਤਾਰ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ
जटां धार लईਆਂ, ਸੁਆਹ ਲੇਪਣ कर ਲਈ, ਗੁਫਾ 'ਚ ਰਹਿਣ ਲੱਗ ਪਿਆ ਤੇ ਫਿਰ ਜਾਣਾ ਤੇ ਗ੍ਰਸਤੀਆਂ ਦੇ ਬੂਹੇ ਤੇ ਫਿਰ ਮਾਇਆ ਤੇ ਫਿਰ ਨਹੀਂ ਛੁੱਟੀ। ਇਹ ਮਾਇਆ ਦਾ ਮੋਹ ਤੇ ਫਿਰ ਨਹੀਂ ਛੁੱਟਿਆ ਤੇ ਲਾਭ ਕੀ ਹੋਇਆ? ਕੋਈ ਫਾਇਦਾ ਨਹੀਂ ਹੋਇਆ। ਫਿਰ ਕਬੀਰ ਜੀ ਕਹਿੰਦੇ ਨੇ, ਮਨ ਜੀਤੇ ਜਗ ਜੀਤਿਆ, ਜਾਤੇ ਵਿਖਿਆ ਤੇ ਹੋਏ ਉਦਾਸ। ਵਿਖਿਆ ਤੋਂ ਮਾਇਆ ਤੋਂ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ, ਮਨ ਨੂੰ ਜਿੱਤਿਆ, ਮਨ ਜੀਤੇ ਜਗ ਜੀਤ, ਜਗ ਨੂੰ ਜਿੱਤ ਲਿਆ, ਭਾਵ ਜੀਵਨ ਸਫਲਾ ਕਰ ਲਿਆ। ਮਨ ਜੀਤੇ ਜਗ ਜੀਤਿਆ, ਮਨ ਨੂੰ ਜਿੱਤਣਾ ਹੈ। ਪਹਿਲੋਂ ਮਨ ਇਹਨਾਂ ਵਿਕਾਰਾਂ ਦੇ ਗੁਲਾਮ ਸੀ, ਮਨ ਲੱਗਦਾ ਸੀ ਉਹਨਾਂ ਦੇ ਕਹੇ ਵਿਕਾਰਾਂ ਦੇ। ਨੈਨੋ ਨਕਤੂ ਸਰਵਨੋ ਰਸਪਤ, ਇੰਦਰੀ ਕਹਿਆ ਨਾ ਮਾਨਾ, ਇਹ ਸਾਰੇ ਕੰਮ ਕਰਵਾਉਂਦੇ ਸਨ। ਹੁਣ ਇਹ ਕੰਮ ਉਹ ਇਹਨਾਂ ਦੇ ਕਰਦੇ ਨੇ, ਮਨ ਦੇ ਆਖੇ ਸੀ। ਮਨ ਰਾਜਾ ਹੈ ਹੁਣ ਇਹ ਸਰੀਰ ਦਾ, ਇਹ ਸਰੀਰ ਰੂਪੀ ਸ਼ਹਿਰ ਦਾ। ਮਨ ਜਿੱਤ ਲਿਆ ਜਿਸਨੇ, ਮਨ ਨੂੰ ਕਾਬੂ ਕਰ ਲਿਆ, ਭਾਵ ਆਪਣੇ ਕਹਿ ਵਿੱਚ ਕਰ ਲਿਆ, ਤੇ ਉਹਨੇ ਸੰਸਾਰ ਜਿੱਤ ਲਿਆ, ਭਾਵ ਸੰਸਾਰ ਜੀਵਨ ਸਫਲਾ ਕਰ ਲਿਆ। ਇਹ ਭਵ ਸਾਗਰ ਨੂੰ ਜਿੱਤ ਲਿਆ, ਭਾਵ ਆਪਣੇ ਜੀਵਨ ਨੂੰ ਸਫਲਾ ਕਰ ਲਿਆ। ਉਹਨਾਂ ਮਾਨੋ ਸਾਰੇ ਜਗਤ ਨੂੰ ਜਿੱਤ ਲਿਆ। ਕਿਉਂ? ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਏਗਾ। ਮਨ ਹੁਣ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ, ਮਨ ਹੁਣ ਨਿਰੰਕਾਰ ਵਾਲੇ ਪਾਸੇ ਜਾਂਦਾ। ਸੁਭਾਅ ਬਦਲ ਲਿਆ, ਮਨ ਨੂੰ ਜਿੱਤ ਲਿਆ, ਆਪਣਾ ਸੁਭਾਅ ਨਿਰੰਕਾਰ ਨਾਲ ਜੋੜ ਲਿਆ, ਆਪਣੀ ਬਿਰਤੀ ਨਿਰੰਕਾਰ ਨਾਲ ਜੋੜ ਲਈ। ਪਹਿਲੋਂ ਬਿਰਤੀ ਕਿੱਧਰ ਜੁੜੀ ਸੀ? ਸੰਸਾਰ ਨਾਲ, ਮਾਇਆ ਨਾਲ ਜੁੜੀ ਸੀ। ਮਨ ਜਿੱਤ ਲਿਆ ਤੇ ਮਾਇਆ ਤੋਂ ਉਪਰਾਮ ਹੋ ਗਿਆ, ਤੇ ਸਮਝ ਲਓ ਸਾਰਾ ਸੰਸਾਰ ਜਿੱਤ ਲਿਆ। ਸਾਰਾ ਸੰਸਾਰ ਆਪਣਾ ਦਿਸਦਾ ਹੈ। ਜਿੱਤ ਲਿਆ ਮਤਲਬ ਸਾਰਾ ਸੰਸਾਰ ਜਿੱਤ ਲਿਆ, ਮਤਲਬ ਸਾਰਾ ਸੰਸਾਰ ਉਹਨੂੰ ਆਪਣਾ ਦਿਸਦਾ ਹੈ। ਅੰਜਨ ਦੇ ਸਭੈ ਕੋਈ, ਤੁਕ ਚਾਹਨ ਮੈਂ ਵਿਡਾਨ, ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ। ਅੰਜਨ ਮੈਨਾ ਸੁਰਮਾ, ਤੇ ਸੁਰਮਾ ਜਿਹੜਾ ਹੈ ਕਈ ਪ੍ਰਕਾਰ ਦਾ ਕੋਈ ਪਾਉਂਦਾ ਹੈ। ਕੋਈ ਕਿਸੇ ਵਾਸਤੇ ਪਾਉਂਦਾ ਹੈ, ਕੋਈ ਵਿਖਾਣ ਵਾਸਤੇ ਪਾਉਂਦਾ ਹੈ ਕਿਸੇ ਨੂੰ ਮੈਂ ਸੋਹਣਾ ਦਿਸਾਂ, ਤੇ ਕੋਈ ਤੇ ਅੱਖਾਂ ਦੀ ਨਜ਼ਰ ਵਾਸਤੇ ਪਾਉਂਦਾ, ਮੇਰੀਆਂ ਅੱਖਾਂ ਦੀ ਰੋਸ਼ਨੀ ਤੇਜ਼ ਰਹੇ, ਵਿੱਚੋਂ ਗੰਦਾ ਪਾਣੀ ਨਿਕਲ ਜਾਏ ਤੇ ਅੱਖਾਂ ਸਾਫ਼ ਰਹਿਣ, ਮੇਰੀ ਨਜ਼ਰ ਠੀਕ ਰਹੇ। ਤੇ ਕੋਈ ਵਿਕਾਰ ਵਾਸਤੇ ਪਾਉਂਦਾ ਹੈ। ਅੰਜਨ ਦੇ, ਅੰਜਨ ਪਾਉਂਦਾ ਹੈ, ਸੁਰਮਾ ਪਾਉਂਦਾ ਹੈ, ਸਭੇ ਕੋਈ, ਹਰ ਕੋਈ ਪਾਉਂਦਾ ਹੈ ਸੁਰਮਾ। ਉਹ ਜ਼ਮਾਨੇ 'ਚ ਸੁਰਮਾ ਹੀ ਸੀ, ਹੋਰ ਇਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਡਾਕਟਰੀ ਦਾਰੂ ਤੇ ਹਸਨ ਕੋ ਨਹੀਂ, ਆਈ ਡ੍ਰੌਪਸ ਨਹੀਂ ਸਨ। ਤੁਕ ਚਾਹਨ, ਤੁਕ ਮਤਲਬ ਰਤਾ ਕੂ, ਚਾਹਨ ਭਾਵਨਾ ਨੀਤੀ, ਵਿਡਾਨ ਮੈਨਾ ਫਰਕ ਹੈ, ਫਰਕ ਹੁੰਦਾ ਇਹਦੇ। ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ ਸੁਰਮਾ ਪਾਉਣ ਵਾਲਿਆਂ ਦੀ ਨੀਅਤ ਵਿੱਚ ਕੁਝ ਫਰਕ ਹੁੰਦਾ ਹੈ। ਸੁਰਮਾ ਪਾਉਣ ਵਾਲਿਆਂ ਦੀ ਨੀਅਤ 'ਚ ਕੋਈ ਫਰਕ ਹੁੰਦਾ ਹੈ। ਕੋਈ ਤੇ ਸੁਰਮਾ ਪਾਉਂਦਾ ਵਿਕਾਰਾਂ ਵਾਸਤੇ, ਕਿਸੇ ਨੂੰ ਪ੍ਰਭਾਵਿਤ ਕਰਨ ਵਾਸਤੇ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਵਾਸਤੇ, ਅੱਖਾਂ ਦੇ ਬਚਾਓ ਵਾਸਤੇ ਪਾਉਂਦਾ। ਇਸੇ ਤਰ੍ਹਾਂ ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ, ਮਾਇਆ ਤੋਂ ਛੁਟਕਾਰਾ ਪਾਉਣ ਲਈ ਜਿਹੜਾ ਉਦਮ ਕਰਨ ਦੀ ਲੋੜ ਹੈ, ਉਦਮ ਇਹ ਕਰਨਾ ਹੈ, ਉਹ ਉਦਮ 'ਚ ਵੀ ਫਰਕ ਹੈ। ਮਾਇਆ ਤੋਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਲਈ ਉਦਮ ਕਰਨ ਦੀ ਲੋੜ ਹੈ, ਪਰ ਉਦਮ ਕਰਨ 'ਚ ਵੀ ਫਰਕ ਹੁੰਦਾ ਹੈ। ਕਿਵੇਂ ਹੁੰਦਾ ਹੈ? ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ। ਗਿਆਨ ਅੰਜਨ ਗੁਰ ਦਿਆ
ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗਿਆਨ ਅੰਜਨ ਮਿਲਦਾ ਗੁਰੂ ਕੋਲੋਂ, ਗਿਆਨ ਦਾ ਸੁਰਮਾ ਮਿਲਦਾ ਗੁਰੂ ਤੋਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ ਜਦੋਂ ਗੁਰੂ ਮਿਲ ਜਾਏ, ਗੁਰੂ ਸ਼ਬਦ ਮਿਲ ਜਾਏ। ਦੇਖੋ, ਰਾਤ ਤੇ ਦਿਨ ਇਕੱਠੇ ਨਹੀਂ ਆ ਸਕਦੇ, ਰਾਤ ਤੇ ਦਿਨ ਦੋਵੇਂ ਇਕੱਠੇ ਨਹੀਂ ਆ ਸਕਦੇ। ਜਿੱਥੇ ਦੀਵਾ ਚਾਨਣ ਤੇ ਹਨੇਰਾ ਇਕੱਠੇ ਨਹੀਂ ਆ ਸਕਦੇ। ਜਿੱਥੇ ਗਿਆਨ ਦਾ ਚਾਨਣ ਹੋ ਜਾਏ ਉੱਥੇ ਫਿਰ ਹਨੇਰਾ ਗਾਇਬ ਹੋ ਜਾਂਦਾ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ। ਗਿਆਨ ਰੂਪੀ ਚਾਨਣ ਆ ਗਿਆ, ਅਗਿਆਨਤਾ ਦੂਰ ਹੋ ਗਈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ। ਪ੍ਰਭੂ ਕਿਰਪਾ ਕਰਦਾ ਤੇ ਸੰਤ ਗੁਰੂ ਨਾਲ ਮਿਲਾ ਦਿੰਦਾ। ਭੇਟਿਆ, ਮਿਲਾ ਦਿੱਤਾ। ਨਾਨਕ ਮਨ ਪ੍ਰਗਾਸ। ਹੁਣ ਗੁਰੂ ਮਿਲ ਪਿਆ ਹੈ ਤੇ ਮੇਰੇ ਮਨ ਵਿੱਚ ਚਾਨਣ ਹੋ ਗਿਆ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ, ਗਿਆਨ ਆ ਗਿਆ, ਪ੍ਰਕਾਸ਼ ਹੋ ਗਿਆ। ਇੱਥੇ ਕਬੀਰ ਸਾਹਿਬ ਕਹਿ ਰਹੇ ਨੇ, ਗਿਆਨ ਅੰਜਨ ਜਿਹ ਪਾਇਆ। ਉਹ ਗਿਆਨ ਦਾ ਸੁਰਮਾ ਜਿੰਨੇ ਪਾ ਲਿਆ, ਜਿਹੜਾ ਗੁਰੂ ਤੋਂ ਮਿਲਦਾ ਹੈ ਗਿਆਨ, ਆਪਣੀਆਂ ਅੱਖਾਂ 'ਚ ਸੁਰਮਾ ਪਾ ਲਿਆ ਤੇ ਲੋਇਣ ਪ੍ਰਵਾਨ। ਉਹ ਅੱਖਾਂ ਪ੍ਰਵਾਨ ਨੇ, ਕਬੂਲ ਹਨ। ਉਹੀ ਅੱਖਾਂ ਪ੍ਰਭੂ ਦੀ ਨਜ਼ਰ ਵਿੱਚ ਕਬੂਲ ਹਨ ਜਿਨ੍ਹਾਂ ਗੁਰੂ ਦੇ ਗਿਆਨ ਦਾ ਸੁਰਮਾ ਪਾਇਆ। ਭਾਵ ਗੁਰੂ ਦੇ ਉਪਦੇਸ਼ ਵਾਲਾ ਜੀਵਨ ਬਣਾ ਲਿਆ ਜਿਨ੍ਹਾਂ ਨੇ, ਗੁਰੂ ਅਨੁਸਾਰੀ ਜੀਵਨ ਬਣਾ ਲਿਆ ਜਿਨ੍ਹਾਂ ਨੇ, ਉਹ ਫਿਰ ਉਹ ਅੱਖਾਂ ਪ੍ਰਵਾਨ ਹਨ, ਉਹ ਸਰੀਰ ਪ੍ਰਵਾਨ ਹੈ, ਉਹ ਜੀਵ ਪ੍ਰਵਾਨ ਹੈ, ਉਹ ਸਫਲਾ ਹੋ ਜਾਂਦਾ। ਕਹੇ ਕਬੀਰ ਅਬ ਜਾਣਿਆ, ਗੁਰ ਗਿਆਨ ਦਿਆ ਸਮਝਾਏ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੁ ਨਾ ਜਾਏ। ਕਹੇ ਕਬੀਰ ਅਬ ਜਾਣਿਆ, ਕਹਿੰਦੇ ਨੇ ਹੁਣ ਮੈਨੂੰ ਸਮਝ ਆਈ, ਹੁਣ ਸਮਝ ਆਈ ਹੈ। ਕਬੀਰ ਕਹਿੰਦੇ, ਕਬੀਰ ਜੀ ਆਖਦੇ ਹਨ, ਮੈਨੂੰ ਗੁਰੂ ਨੇ ਜੀਵਨ ਦੇ ਸਹੀ ਰਸਤੇ ਦਾ ਗਿਆਨ ਬਖਸ਼ ਦਿੱਤਾ। ਹੁਣ ਮੈਨੂੰ ਗੁਰੂ ਨਾਲ ਜੁੜ ਕੇ ਸਮਝ ਆਈ ਹੈ, ਜੀਵਨ ਦਾ ਸਹੀ ਰਸਤਾ ਮੈਨੂੰ ਹੁਣ ਪਤਾ ਲੱਗਾ ਹੈ ਗੁਰੂ ਨਾਲ ਮਿਲ ਕੇ। ਕਹੇ ਕਬੀਰ ਅਬ ਜਾਣਿਆ, ਗੁਰੂ ਨੇ ਗਿਆਨ ਦਿਆ ਸਮਝਾਏ, ਗਿਆਨ ਬਖਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ, ਜੀਵਨ ਦੇ ਰਸਤੇ ਦਾ ਪਤਾ ਲੱਗ ਗਿਆ। ਮੇਰਾ ਜੀਵਨ ਸਫਲਾ ਕਿਵੇਂ ਹੋਣਾ, ਕਿਵੇਂ ਹੋਣਾ ਹੈ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੁ ਨਾ ਜਾਏ। ਤੁਸੀਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥਾਂ ਤੇ ਕਰ ਲੋ, ਤਪ ਕਰ ਲੋ, ਦਇਆ ਕਰ ਲੋ, ਦਾਨ ਕਰ ਲੋ, ਫਿਰ ਕੀ ਹੋਏਗਾ? ਤਿਲ ਮਾਤਰ ਥੋੜਾ ਜਿਹਾ ਤੁਹਾਨੂੰ ਇੱਜ਼ਤ ਮਿਲ ਜਾਏਗੀ। ਰੁਪਈਏ ਲੱਖ ਦਿੱਤੇ, ਗੁਰਦੁਆਰੇ ਮੰਦਰ 'ਚ ਥੋੜੀ ਦੇਰ ਸਿਰੋਂ ਪਾਵ ਦੇ ਕੇ ਵਡਿਆ ਦੇਣਗੇ ਬਸ। ਤੇ ਕਹਿੰਦੇ ਨੇ ਦੂਜਾ ਪਾਸਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ। ਮਨ 'ਚ ਪਿਆਰ ਦੇ ਨਾਲ ਸੁਣਿਆ, ਗੁਰੂ ਨੂੰ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਮੰਨਿਆ, ਜੀਵਨ 'ਚ ਲਾਗੂ ਕੀਤਾ ਤੇ ਮਨ 'ਚ ਪਿਆਰ ਪੈਦਾ ਹੁੰਦਾ। ਫਿਰ ਉਸ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਤੇ ਪਿਆਰ ਪੈਦਾ ਹੁੰਦਾ ਹੈ ਤੇ ਫਿਰ ਅੰਤਰਗਤ, ਅੰਦਰ ਹਿਰਦੇ 'ਚ ਬੈਠਾ ਹੋਇਆ ਲੱਭ ਗਿਆ। ਅੰਤਰਗਤ ਤੀਰਥ ਮਲ ਨਹਾਓ।
ਅੰਤਰਗਤ ਤੀਰਥ ਜਿਹੜਾ ਬਣ ਜਾਂਦਾ ਹੈ, ਅੰਦਰ ਹੀ ਤੀਰਥ ਬਣ ਜਾਂਦਾ ਹੈ। ਤੇ ਫਿਰ ਮਲ ਮਲ ਕੇ ਉਸ ਤੀਰਥ ਤੇ ਨਹਾਓ, ਇਸ਼ਨਾਨ ਕਰੋ ਆਪਣੇ ਮਨ ਦਾ, ਉਸ ਉਹਨਾਂ ਗੁਣਾ ਰੂਪੀ ਤੀਰਥ ਤੇ ਇਸ਼ਨਾਨ ਕਰੋ, ਗੁਰੂ ਸਾਹਿਬ ਕਹਿੰਦੇ ਨੇ। ਤੇ ਇੱਥੇ ਜਪਜੀ ਸਾਹਿਬ ਵਿੱਚ, ਇੱਥੇ ਕਬੀਰ ਸਾਹਿਬ ਕਹਿੰਦੇ ਨੇ, ਅੰਤਰਗਤ ਹਰ ਭੇਟਿਆ, ਤੇਰੇ ਅੰਦਰ ਹੀ ਬੈਠਾ ਹੋਇਆ ਸੀ, ਉਹ ਮਿਲ ਪਿਆ। ਕਿਉਂ? ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ ਹੈ, ਸਮਝ ਆ ਗਈ ਹੈ। ਗੁਰੂ ਨੇ ਸਮਝਾ ਦਿੱਤਾ ਹੈ, ਤੇਰੇ ਅੰਦਰ ਹੀ ਉਹ ਪਰਮਾਤਮਾ ਹੈ, ਉਹ ਤੈਨੂੰ ਮਿਲ ਪਏਗਾ। ਅਬ ਮੇਰਾ ਮਨ ਕਤਹੂ ਨਾ ਜਾਏ। ਜਦੋਂ ਜਿਸ ਚੀਜ਼ ਦੀ ਭਾਲ ਕਰਦਿਆਂ ਲੱਭ ਪਏ ਤੇ ਫਿਰ ਭਾਲ ਹੋਰ ਥੋੜਾ ਹੁੰਦੀ ਹੈ, ਫਿਰ ਤੇ ਮੁੱਕ ਜਾਂਦੀ ਹੈ। ਉਸ ਭਾਲ ਜਿਹੜੀ ਚੀਜ਼ ਲੱਭਦਿਆਂ ਉਹ ਚੀਜ਼ ਮਿਲ ਜਾਏ, ਫਿਰ ਉਹਦੀ ਭਾਲ ਦੁਬਾਰਾ ਥੋੜੀ ਕਰੀਦੀ। ਕਿਉਂਕਿ ਅੰਤਰਗਤ ਭੇਟਿਆ, ਅੰਤਰਗਤ ਉਹ ਹਰੀ ਲੱਭ ਪਿਆ ਹੈ, ਅੰਦਰੇ ਹੀ ਗੁਰੂ ਨੇ ਦੱਸਤਾ ਤੇਰੇ ਅੰਦਰ ਹੈ ਭਾਈ। ਹੁਣ ਮੇਰਾ ਮਨ ਕਿਤੇ ਨਹੀਂ ਜਾਂਦਾ। ਗੁਰੂ ਦੀ ਕਿਰਪਾ ਨਾਲ, ਗੁਰੂ ਸ਼ਬਦ ਦੀ ਕਿਰਪਾ ਨਾਲ ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ। ਮੇਰਾ ਮਨ ਹੁਣ ਜੰਗਲਾਂ ਗੁਫਾਵਾਂ ਵਾਲੇ ਪਾਸੇ ਨਹੀਂ ਜਾਂਦਾ, ਹੋਰ ਕਿਸੇ ਪਾਸੇ ਨਹੀਂ ਦੌੜਦਾ, ਨਾ ਕਿਸੇ ਕਰਮਕਾਂਡ ਵਾਲੇ ਪਾਸੇ ਜਾਂਦਾ ਹੈ। ਹੁਣ ਮੇਰਾ ਮਨ ਟਿਕਾਓ ਵਿੱਚ ਆ ਗਿਆ ਹੈ, ਅੰਦਰ ਹੀ ਤੀਰਥ ਬਣ ਗਿਆ ਤੇ ਅੰਦਰ ਹੀ ਮਨ ਦਾ ਇਸ਼ਨਾਨ ਕਰਦਾ ਹਾਂ ਉਸ ਪ੍ਰਭੂ ਦੇ ਗੁਣਾਂ ਵਿੱਚ। ਹਾਂਜੀ, ਇੱਥੇ ਹੀ ਸਮਾਪਤੀ ਹੈ। ਗੁਰੂ ਸਾਹਿਬ ਨੇ ਜਿੰਨਾ ਬਖਸ਼ਿਸ਼ ਕੀਤਾ ਹੈ, ਦਸਰੇ ਕੋਲੋਂ ਬੋਲਦਿਆਂ ਜਿੰਨੀਆਂ ਵੀ ਗਲਤੀਆਂ ਨੇ ਉਹ ਭੁੱਲਾਂ ਮੇਰੀਆਂ ਹਨ। ਸੰਗਤ ਗੁਰੂ ਦਾ ਰੂਪ ਹੈ, ਬਖਸ਼ ਦੇਣਾ। ਗੁਰੂ ਦਾ ਸ਼ਬਦ, ਗੁਰੂ ਦਾ ਸਮਝ ਕੇ ਆਪੋ ਆਪਣੇ ਹਿਰਦੇ ਦੀ ਝੋਲੀ ਵਿੱਚ, ਹਿਰਦੇ ਵਿੱਚ, ਦਿਮਾਗ ਵਿੱਚ, ਸੁਰਤ ਵਿੱਚ ਪਾ ਕੇ ਲੈ ਜਾਣਾ। ਗੁਰੂ ਬਖਸ਼ਿਸ਼ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਦਾਸ ਦੀ ਬੇਨਤੀ ਹੈ ਜੀ, ਵੀਡੀਓ ਜੋ ਬਣਾਈ ਹੈ ਇਹ ਸ਼ੇਅਰ ਕਰ ਦੇਣਾ ਜੀ, ਅਤੇ ਚੈਨਲ ਜੋ ਹੈ ਗਿਆਨ ਅੰਜਨ ਹੈ, ਇਹਨੂੰ ਸਬਸਕ੍ਰਾਈਬ ਵੀ ਕਰ ਦੇਣਾ। ਧੰਨਵਾਦ, ਸਤਿਕਾਰ ਸਹਿਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।